सतनाम श्री वाहेगुरु जीओ। श्री राग महला पहला। लब कुत्ता कूड़ चूड़ा, ठग खादा मुरदार। पर निंदा पर मल मुख सुधी, अगन क्रोध चंडाल। लब कुत्ता कूड़ चूड़ा, ठग खादा मुरदार। पर निंदा पर मल मुख सुधी, अगन क्रोध चंडाल। रस कस आप सलाहना, ये कर्म मेरे करतार। बाबा बोलिए पत होए, ऊतम से दर ऊतम कहिए। नीच कर्म बैरोए, रहाओ रस सोयना रस रूपा कामन रस परमल की वास। रस घोड़े रस सेजा मंदर, रस मीठा रस मास। इते रस शरीर के कै घट नाम निवास। जत बोलिए पत पाइए, सो बोलिया परवान। फिक्का बोल बेगुचना, सुन मूर्ख मन आजान। जो तिस पावै से भले, होर के कहन बखान। तिन मत तिन पत तिन धन पल्लै, जिन हृदय रिहा समाए। तिनका क्या सलाहना, अवर सवाले ओकाए। नानक नदरी बाहरे, राचे दान नानाए। तिनका क्या सलाहना, अवर सवाले ओकाए। नानक नदरी बाहरे, राचे दान नानाए। लब कुत्ता कूड़ चूड़ा, ठग खादा मुरदार। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई। गुरु खालसा सत संगत जीओ। सतगुरु ने अपार बख्शिश कीती। आप संगतां सतगुरु दे पावन पवित्र सोहणे दरबार दियां हाजरियां भर रहे हो। धन गुरु अर्जन देव महाराज दे बचन हन, पार ब्रह्म होआ सहाई, कथा कीर्तन सुखदाई। जिन्हां ते अकाल पुरख वाहिगुरु परमेश्वर प्रसन्न हुंदा है, उन्हां नूं ही सतगुरु दे दर्शन दीदार करन दा सुभाग प्राप्त हुंदा है। ਜਿਹੜੇ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਦਰਬਾਰ ਵਿੱਚ ਆ ਜਾਂਦੇ ਹਨ, ਉਹਨਾਂ ਨੂੰ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ आप नारायण कलातार जग में परवरियो, निरंकार्याकार जोत जग मंडल करियो। सर्वशक्तिमान
ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿੱਛੇ 3 ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਤੀਸਰੇ ਸ਼ਬਦ ਦੀਆਂ ਜੋ ਅਖੀਰਲੀਆਂ ਪੰਕਤੀਆਂ ਸਨ, ਉਹਨਾਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਬਹੁਤ ਹੀ ਉੱਤਮ ਸਿੱਖਿਆ ਬਖਸ਼ਿਸ਼ ਕੀਤੀ ਹੈ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿਥੈ ਨੀਚ ਸੰਭਾਲੀਆਂ ਤਿਥੈ ਨਦਰ ਤੇਰੀ ਬਖਸ਼ੀਸ। ਦੁਨੀਆ ਵਿੱਚ 2 ਕਿਸਮ ਦੇ ਨੀਚ ਪੁਰਸ਼ ਹੁੰਦੇ ਹਨ। ਇੱਕ ਤਾਂ ਉਹ ਨੀਚ ਹਨ, ਨੀਚਾਂ ਅੰਦਰ ਨੀਚ ਜਾਤ, ਜਿਹੜੇ ਨੀਵੀਆਂ ਜਾਤਾਂ ਦੇ ਲੋਕ ਹਨ, ਜਿਨ੍ਹਾਂ ਨੂੰ ਉੱਚ ਜਾਤੀ ਵਾਲੇ ਨੀਚ ਸਮਝਦੇ ਹਨ। ਨੀਚੀ ਹੂੰ ਅਤ ਨੀਚ, ਕਈ ਉਹਨਾਂ ਨੀਵੀਂ ਜਾਤੀ ਵਾਲਿਆਂ ਵਿੱਚੋਂ ਵੀ ਹੂੰ ਨਿਸ਼ਚੇ ਕਰਕੇ ਬਹੁਤੇ ਨੀਵੇਂ ਹੁੰਦੇ ਨੇ। ਇਹਦਾ ਮਤਲਬ ਇਹ ਹੈ, ਨੀਵੀਂ ਜਾਤ ਵਿੱਚ ਪੈਦਾ ਹੋ ਕੇ ਉਹ ਹੋਰ ਵੀ ਨੀਵੇਂ ਤੇ ਨੀਚ ਕੰਮ ਕਰਦੇ ਹਨ, ਉਹਨਾਂ ਨੂੰ ਹੋਰ ਵੀ ਨੀਚ ਆਖਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸੀਂ ਤਾਂ ਜਿਹੜੇ ਸਮਾਜ ਵੱਲੋਂ ਦੁਰਕਾਰੇ ਹੋਏ ਨੇ, ਜਿਨ੍ਹਾਂ ਨੂੰ ਉੱਚ ਜਾਤੀ ਦੇ ਲੋਕ ਬਹੁਤ ਨੀਚ ਸਮਝਦੇ ਹਨ, ਜਿਵੇਂ ਕਿ ਚਮਿਆਰ ਨੇ, ਸ਼ੀਂਬੇ ਹਨ, ਚੰਡਾਲ ਹਨ, ਮਜ਼੍ਹਬੀ ਨੇ, ਇਹਨਾਂ ਨੂੰ ਲੋਕ ਨੀਵਾਂ ਸਮਝਦੇ ਨੇ। ਪਰ ਹਜ਼ੂਰ ਕਹਿੰਦੇ ਕੋਈ ਜਾਤੀ ਕਰਕੇ ਨੀਵਾਂ ਨਹੀਂ ਹੋ ਸਕਦਾ, ਕਰਮਾਂ ਕਰਕੇ ਹੀ ਕੋਈ ਨੀਚ ਹੋ ਸਕਦਾ ਹੈ। ਕਰਮ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਕੋਈ ਉੱਤਮ ਕੰਮ ਕਰੇ, ਚੰਗੇ ਕੰਮ ਕਰੇ, ਉਹ ਚੰਗਾ ਵੀ ਬਣ ਸਕਦਾ ਹੈ। ਪਰ ਜੇ ਉੱਚੀ ਜਾਤ ਵਿੱਚ ਹੋ ਕੇ ਨੀਚ ਕੰਮ ਕਰੇ, ਉਹਨੂੰ ਨੀਚ ਹੀ ਆਖਣਾ ਪਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਤਾਂ ਉਹ ਨੀਚ ਨੇ ਜਿਹੜੇ ਖੋਟੇ ਕੰਮ ਕਰਨ ਵਾਲੇ ਨੇ, ਇਹ ਉਹਨਾਂ ਨੀਚਾਂ ਦੀ ਗੱਲ ਨਹੀਂ। ਇਹ ਉਹਨਾਂ ਨੀਚਾਂ ਤੋਂ ਮੁਰਾਦ ਹੈ ਜਿਨ੍ਹਾਂ ਨੂੰ ਸਮਾਜ ਨੇ ਅਛੂਤ ਮੰਨਿਆ ਹੋਇਆ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਕਲਿਤ ਕੀਤੀ, ਤਾਂ ਉਸ ਵੇਲੇ ਕੁਝ ਉੱਚ ਜਾਤੀ ਦੇ ਜਿਹੜੇ ਭਗਤ ਲੋਕ ਸਨ, ਉਹਨਾਂ ਦੀ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚੜ੍ਹਾਈ, ਤੇ ਕੁਝ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਸਨ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤ ਹੈ, ਕਿਸ਼ਨ ਉਤਰਿਆ ਕਰ ਜਿਸ ਜਾਏ। ਜਿਨ੍ਹਾਂ ਨੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਤੇ ਮਹਾਨ ਉੱਤਮ ਪਦਵੀ ਨੂੰ ਪ੍ਰਾਪਤ ਕੀਤਾ, ਇਹ ਉਹਨਾਂ ਭਗਤਾਂ ਦੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਵਰਗੇ ਮਹਾਂਪੁਰਖਾਂ ਦੀ ਗੱਲ ਸਤਿਗੁਰੂ ਨੇ ਕੀਤੀ ਹੈ, ਜਿਨ੍ਹਾਂ ਨੂੰ ਨੀਵੀਂ ਜਾਤ ਦੇ ਜਾਣ ਕੇ ਬ੍ਰਾਹਮਣ ਲੋਕ ਦੁਰਕਾਰਦੇ ਸਨ। ਜਿਵੇਂ ਤੁਸਾਂ ਉਹ ਸਾਖੀ ਸੁਣੀ ਹੈ, ਉਂਡੇ ਸ਼ਹਿਰ ਦੇ ਅੰਦਰ ਪੰਡੇ ਮੰਦਰ ਵਿੱਚ ਆਰਤੀ ਉਤਾਰ ਰਹੇ ਸਨ, ਤੇ ਅਚਾਨਕ ਭਗਤ ਨਾਮਦੇਵ ਜੀ ਉੱਥੇ ਚਲੇ ਗਏ, ਤੇ ਉਹਨਾਂ ਨੇ ਸ਼ੂਦਰ ਸ਼ੂਦਰ ਕਹਿ ਕੇ ਉਥੋਂ ਧੱਕੇ ਮਾਰ ਕੇ ਉਠਾ ਦਿੱਤਾ। ਇਸ ਤਰ੍ਹਾਂ ਇਹ ਲੋਕ ਭਗਤਾਂ ਦੀ ਵੀ ਨਰਾਦਰੀ ਕਰਦੇ ਸਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਮਾਣ ਤੋੜਨ ਦੇ ਵਾਸਤੇ ਇਹ ਪਵਿੱਤਰ ਬਚਨ ਉਚਾਰਨ ਕੀਤੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ,
ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿਹੜੇ ਨੀਚਾਂ ਦੇ ਅੰਦਰ ਨੀਵੀਂ ਜਾਤ ਵਾਲੇ ਭਗਤ ਮਹਾਂਪੁਰਖ ਹੋਏ ਹਨ ਅਤੇ ਉਹਨਾਂ ਨਾਲੋਂ ਵੀ ਜਿਵੇਂ ਸ਼ੀਂਬਿਆਂ ਦੇ ਨਾਲੋਂ ਚਮਿਆਰ ਹੋਰ ਵੀ ਨੀਚ ਮੰਨੇ ਨੇ, ਉਹਨਾਂ ਚਮਿਆਰਾਂ ਦੇ ਨਾਲੋਂ ਜਿਹੜੇ ਜੁਲਾਹੇ ਨੇ ਉਹ ਹੋਰ ਵੀ ਨੀਚ ਮੰਨੇ ਨੇ। ਤੇ ਕਈਆਂ ਨੇ ਮੁਸਲਮਾਨਾਂ ਨੂੰ ਵੀ ਮਲੇਸ਼ ਆਖਿਆ ਸੀ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਹੜੇ ਇੱਕ ਤਾਂ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਭਗਤ ਲੋਕ ਨੇ, ਇੱਕ ਉਹਨਾਂ ਨਾਲੋਂ ਵੀ ਹੋਰ ਨੀਵੀਆਂ ਜਾਤਾਂ ਦੇ ਵਿੱਚੋਂ ਅਤੀ ਨੀਚ ਜਾਤੀ ਵਿੱਚ ਮਹਾਂਪੁਰਖ ਪੈਦਾ ਹੋਏ ਬਾਲਮੀਕ ਵਰਗੇ। ਨਾਨਕ ਤਿਨ ਕੈ ਸੰਗ ਸਾਥ, ਬਈ ਅਸੀਂ ਤੇ ਉਹਨਾਂ ਦੇ ਨਾਲ ਮਿੱਤਰ ਬਣ ਕੇ ਖਲੋਣ ਵਾਲੇ ਹਾਂ। ਵੱਡਿਆਂ ਸਿਉ ਕਿਆ ਰੀਸ, ਜਿਹੜੇ ਵੱਡੇ ਆਪਣੇ ਆਪ ਨੂੰ ਸਮਝਦੇ ਨੇ, ਬੜੇ ਬੜੇ ਜਾਤ ਅਭਿਮਾਨੀ ਲੋਕ ਨੇ, ਆਪਣੇ ਆਪ ਨੂੰ ਸਵਰਨ ਜਾਤੀ ਦੇ ਮੰਨਦੇ ਨੇ, ਉਹਨਾਂ ਵੱਡਿਆਂ ਦੇ ਨਾਲ ਸਾਡੀ ਕੀ ਬਰਾਬਰੀ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੇਵਲ ਇਸ ਗੱਲ ਨੂੰ ਆਖਿਆ ਹੀ ਨਹੀਂ, ਅਮਲੀ ਰੂਪ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਭਾਈ ਬਾਲੇ ਤੇ ਮਰਦਾਨੇ ਨੂੰ ਆਪਣੇ ਸਾਥੀ ਚੁਣੇ। ਨਾਨਕ ਤਿਨ ਕੈ ਸੰਗ ਸਾਥ। ਭਾਈ ਮਰਦਾਨਾ ਜਾਤ ਦਾ ਮਰਾਸੀ ਸੀ, ਜਿਸ ਨੂੰ ਸਮਾਜ ਦੇ ਵਿੱਚ ਬਹੁਤ ਨੀਚ ਸਮਝਿਆ ਜਾਂਦਾ ਸੀ। ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਜਿਹੜੇ ਉੱਚੀ ਜਾਤੀ ਵਾਲੇ ਲੋਕ ਸਨ ਉਹਨਾਂ ਦਾ ਕੋਈ ਖਾਸ ਧਿਆਨ ਨਹੀਂ ਰੱਖਿਆ, ਬਲਕਿ ਜਿਹੜੇ ਨੀਵੀਂ ਜਾਤ ਵਿੱਚ ਭਗਤੀ ਕਰਨ ਵਾਲੇ ਸਨ ਭਾਈ ਲਾਲੋ ਵਰਗੇ, ਉਹਨਾਂ ਨੂੰ ਗੱਲ ਦੇ ਨਾਲ ਲਾਇਆ। ਤੁਸੀਂ ਉਹ ਪ੍ਰਸੰਗ ਸੁਣਿਆ ਹੈ। ਭਾਈ ਲਾਲੋ ਏਮਨਾਬਾਦ ਸ਼ਹਿਰ ਵਿੱਚ ਰਹਿੰਦਾ ਸੀ, ਧਰਮ ਦੀ ਕਿਰਤ ਕਰਦਾ, ਨਾਮ ਜਪਦਾ, ਵੰਡ ਛਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਘਰ ਜਾ ਕੇ ਠਹਿਰੇ। ਇੱਕ ਉਥੋਂ ਦਾ ਦੀਵਾਨ ਮਲਕ ਭਾਗੋ, ਉਹਨੇ ਬ੍ਰਹਮ ਭੋਜ ਕੀਤਾ ਤੇ ਸਾਰੇ ਲੋਕਾਂ ਨੂੰ ਉਸਨੇ ਸੱਦਾ ਦਿੱਤਾ ਵੀ ਅੱਜ ਤੁਸੀਂ ਮੇਰੇ ਘਰ ਆ ਕੇ ਹੀ ਭੋਜਨ ਛਕਣਾ ਹੈ। ਔਰ ਉਹ ਸੱਦਾ ਲੈ ਕੇ ਭਾਈ ਲਾਲੋ ਦੇ ਘਰ ਵੀ ਆਏ। ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਵੇਖ ਕੇ ਉਹਨਾਂ ਆਖਿਆ, ਤੁਹਾਨੂੰ ਵੀ ਮਲਕ ਭਾਗੋ ਨੇ ਯਾਦ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ, ਅਸੀਂ ਉਸ ਹੰਕਾਰੀ ਦੇ ਘਰ ਦੇ ਵਿੱਚ ਬਿਲਕੁਲ ਨਹੀਂ ਜਾਵਾਂਗੇ। ਉਹਨਾਂ ਨੇ ਮਲਕ ਭਾਗੋ ਨੂੰ ਜਾ ਕੇ ਚੱਕ ਦਿੱਤੀ। ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੇਰੇ ਬ੍ਰਹਮ ਭੋਜ ਨੂੰ ਵੀ ਨਿੰਦ ਦਿੱਤਾ ਹੈ। ਉਹ ਕਹਿੰਦੇ ਅਸੀਂ ਖਾਣ ਵਾਸਤੇ ਨਹੀਂ ਆਵਾਂਗੇ। ਮਲਕ ਭਾਗੋ ਨੇ ਆਪਣੇ ਹਥਿਆਰਬੰਦ ਸਿਪਾਹੀ ਭੇਜ ਦਿੱਤੇ ਤੇ ਨਾਲ ਉਹ ਆਦਮੀ ਵੀ। ਕਹਿੰਦਾ ਜਾਓ, ਜਾ ਕੇ ਜੇ ਉਹ ਨਹੀਂ ਆਉਂਦੇ ਜ਼ਬਰਦਸਤੀ ਪਕੜ ਕੇ ਲਿਆਓ। ਦੇਖ ਲਓ ਹੁਣ ਬ੍ਰਹਮ ਭੋਜ ਵੀ ਕਿਹੋ ਜਿਹਾ ਹੈ। ਔਰ ਉਹ ਸਿਪਾਹੀ ਜਦੋਂ ਭਾਈ ਲਾਲੋ ਦੇ ਘਰ ਪਹੁੰਚੇ, ਭਾਈ ਲਾਲੋ ਤੇ ਇੱਕ ਵਾਰੀ ਵਿਚਾਰਾ ਘਬਰਾ ਗਿਆ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਸਤਿਗੁਰੂ, ਉਹ ਕਿਹੜਾ ਕਿਸੇ ਤੋਂ ਡਰਨ ਵਾਲੇ ਸਨ। ਕਹਿਣ ਲੱਗੇ, ਚੰਗਾ ਜੇ ਤੁਸੀਂ ਸਾਨੂੰ ਲੈਣ ਹੀ ਆਏ ਹੋ, ਛਕਣਾ ਅਸੀਂ ਫਿਰ ਵੀ ਨਹੀਂ, ਚਲੋ ਅਸੀਂ ਤੁਹਾਡੇ ਨਾਲ ਜ਼ਰੂਰ ਚੱਲਾਂਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਲਕ ਭਾਗੋ ਦੇ ਘਰ ਚਲੇ ਗਏ। ਬੜਾ ਵੱਡਾ ਉੱਥੇ ਬ੍ਰਹਮ ਭੋਜ ਹੋ ਰਿਹਾ ਹੈ। ਬੜੇ ਬੜੇ ਸਾਧੂ ਸੰਤ ਪੰਡਤ ਖੱਤਰੀ ਲੋਕ ਪੰਗਤਾਂ ਲਾਈ ਬੈਠੇ ਨੇ। ਮਲਕ ਭਾਗੋ ਬਹੁਤ ਚੌੜਾ ਹੋਇਆ ਆਪਣੇ ਆਸਣ ਤੇ ਬੈਠਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸਦੇ ਸਾਹਮਣੇ ਗਏ, ਉਸਨੇ ਸਵਾਲ ਕੀਤਾ ਕਿ ਮੈਂ ਬ੍ਰਹਮ ਭੋਜ ਕੀਤਾ ਹੈ ਤੇ ਤੁਸੀਂ ਛਕਣ ਵਾਸਤੇ ਆਪਣੇ ਆਪ ਕਿਉਂ ਨਹੀਂ ਆਏ। ਤੇ ਸਤਿਗੁਰੂ ਦਾ ਜਵਾਬ ਸੀ। ਕਹਿਣ ਲੱਗੇ, ਤੂੰ ਇਹ ਕਹਿੰਦਾ ਬ੍ਰਹਮ ਭੋਜ, ਇਹ ਬ੍ਰਹਮ ਭੋਜ ਕਦੀ ਵੀ ਨਹੀਂ ਹੋ ਸਕਦਾ। ਇਹ ਤੇ ਗਰੀਬ ਲੋਕਾਂ ਦਾ ਖੂਨ ਚੂਸ ਚੂਸ ਕੇ ਤੂੰ ਆਪਣੇ ਜਾਣੇ ਧਰਮੀ ਹੋਣ ਦਾ ਢੌਂਗ ਰਚ ਰਿਹਾ ਹੈ। ਇਹ ਤੇਰਾ ਪਾਪ ਕਦੀ ਵੀ ਗੁੱਝਾ ਨਹੀਂ ਰਹਿ ਸਕਦਾ। ਜਦੋਂ ਇਹ ਗੱਲ ਸੁਣੀ, ਮਲਕ ਭਾਗੋ ਬਹੁਤ ਗੁੱਸੇ ਵਿੱਚ ਭੜਕ ਉੱਠਿਆ। ਕਹਿਣ ਲੱਗਾ, ਤੁਸੀਂ ਮੇਰੇ ਬ੍ਰਹਮ ਭੋਜ ਨੂੰ
ਮਾੜਾ ਆਖਦੇ ਹੋ। ਸਤਿਗੁਰੂ ਕਹਿੰਦੇ ਜਦੋਂ ਹੈ ਹੀ ਲੋਕਾਂ ਦਾ ਲਹੂ ਤੇ ਅਸੀਂ ਹੋਰ ਇਸ ਨੂੰ ਕੀ ਆਖਣਾ ਹੈ। ਕਹਿੰਦਾ ਤੁਸੀਂ ਇਹ ਕਿਵੇਂ ਆਖਦੇ ਹੋ ਇਹ ਲੋਕਾਂ ਦਾ ਲਹੂ ਹੈ। ਸਤਿਗੁਰੂ ਕਹਿੰਦੇ ਲਿਆ ਆਪਣੇ ਮਾਲ ਪੂੜੇ ਹੋਰ ਜਿਹੜਾ ਸਾਜੋ ਸਾਮਾਨ ਬਣਾਇਆ ਹੈ। ਉਧਰੋਂ ਭਾਈ ਲਾਲੇ ਨੂੰ ਕੋਧਰੇ ਦਾ ਪ੍ਰਸ਼ਾਦਾ ਲਿਆਉਣ ਲਈ ਕਹਿ ਦਿੱਤਾ। ਜਦੋਂ ਮਾਲ ਪੂੜੇ ਵੀ ਆ ਗਏ ਤੇ ਰੁੱਖਾ ਮਿੱਸਾ ਕੋਧਰੇ ਦਾ ਪ੍ਰਸ਼ਾਦਾ ਵੀ ਆ ਗਿਆ ਤਾਂ ਸਤਿਗੁਰੂ ਨੇ ਸੱਜੇ ਹੱਥ ਵਿੱਚ ਕੋਧਰੇ ਦਾ ਪ੍ਰਸ਼ਾਦਾ ਪਕੜਿਆ, ਖੱਬੇ ਵਿੱਚ ਮਾਲ ਪੂੜੇ ਹੋਰ ਪਕਵਾਨ ਫੜ ਲਏ ਤੇ ਜਦੋਂ ਉਹਨਾਂ ਨੂੰ ਫੜ ਕੇ ਮੁੱਠੀ ਕੁੱਟੀ ਨਪੀੜਿਆ ਤਾਂ ਇੱਕ ਪਾਸੇ ਦੁੱਧ ਦੀ ਧਾਰਾ ਵਗੀ, ਦੂਸਰੇ ਪਾਸੇ ਖੂਨ ਦੀ ਧਾਰਾ ਵਹਿ ਤੁਰੀ। ਲੋਕ ਵੇਖ ਕੇ ਹੈਰਾਨ ਹੋਏ, ਕਹਿੰਦੇ ਇਹ ਮਹਾਰਾਜ ਕੀ ਕੌਤਕ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਇਹ ਇਸ ਦੀ ਹੱਕ ਹਲਾਲ ਦੀ ਕਮਾਈ ਦਾ ਇੱਕ ਦ੍ਰਿਸ਼ਟਾਂਤ ਹੈ। ਇਹ ਤੇ ਕਹਿੰਦਾ ਮੈਂ ਬ੍ਰਹਮ ਭੋਜ ਕਰ ਰਿਹਾ ਹਾਂ, ਪਰ ਇਸ ਨੂੰ ਇਹ ਨਹੀਂ ਪਤਾ ਬਈ ਇਹ ਤੇ ਲੋਕਾਂ ਦਾ ਖੂਨ ਵੀਟ ਕੇ ਮੈਂ ਆਪ ਵੀ ਪਾਪਾਂ ਦਾ ਭਾਗੀ ਬਣ ਰਿਹਾ ਹਾਂ ਤੇ ਜਿਹੜੇ ਇਸ ਨੂੰ ਖਾਣਗੇ ਉਹ ਵੀ ਪਾਪਾਂ ਦੇ ਭਾਗੀ ਬਣ ਜਾਣਗੇ। ਇਸ ਲਈ ਅਸੀਂ ਇਹ ਪਾਪਾਂ ਦੇ ਭਾਗੀ ਬਣਨ ਲਈ ਤਿਆਰ ਨਹੀਂ। ਮਾਲਕ ਭਾਗੋ ਦੀ ਇੱਕਦਮ ਫੂਕ ਨਿਕਲ ਗਈ, ਨੀਵੀਂ ਪੈ ਗਈ। ਹੁਣ ਸਾਹਮਣੇ ਲਹੂ ਚੋਂਦਾ ਦੁਨੀਆ ਵੇਖਦੀ ਹੈ ਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਬਈ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਲਕ ਭਾਗੋ ਦਾ ਹੰਕਾਰ ਤੋੜਿਆ। ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰਜ ਕੌਤਕ ਸਨ। ਐਸੀਆਂ ਬੇਅੰਤ ਉਦਾਹਰਨਾਂ ਇਤਿਹਾਸ ਵਿੱਚੋਂ ਸਾਨੂੰ ਮਿਲਦੀਆਂ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਕਰਮਾਂ ਕਰਕੇ ਨੀਚ ਸਨ ਉਹਨਾਂ ਨੂੰ ਨੀਚ ਨਹੀਂ ਆਖਿਆ, ਬਲਕਿ ਜਿਹੜੇ ਕਰਮਾਂ ਕਰਕੇ ਨੀਚ ਸਨ ਉਹਨਾਂ ਨੂੰ ਨੀਚ ਆਖਿਆ। ਜਿਹੜੇ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਤੇ ਚੰਗੇ ਕੰਮ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਗੁਰੂ ਮਹਾਰਾਜ ਨੇ ਸਲਾਹਿਆ ਹੈ। ਜਿੱਥੇ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ। ਹੇ ਵਾਹਿਗੁਰੂ ਜੀ, ਜਿੱਥੇ ਐਸੇ ਨਿਮਰਤਾ ਵਾਲੇ ਨਿਰਮਾਣ ਲੋਕਾਂ ਦੀ ਸੰਭਾਲ ਕੀਤੀ ਜਾਂਦੀ ਹੈ ਉੱਥੇ ਤੇਰੀ ਬਖਸ਼ਿਸ਼ ਦੀ ਨਜ਼ਰ ਹੁੰਦੀ ਹੈ, ਉੱਥੇ ਮਿਹਰਾਂ ਦਾ ਮੀਂਹ ਵਰਸਦਾ ਹੈ, ਉੱਥੇ ਖੁਸ਼ੀਆਂ ਹੀ ਖੁਸ਼ੀਆਂ ਅਤੇ ਆਨੰਦ ਹੀ ਆਨੰਦ ਪ੍ਰਾਪਤ ਹੁੰਦੇ ਨੇ। ਇਸ ਲਈ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਲਈ ਖੜੇ ਹਾਂ। ਹੁਣ ਜੋ ਅੱਗੇ ਚੌਥਾ ਸ਼ਬਦ ਆਰੰਭ ਹੋ ਰਿਹਾ ਹੈ, ਹੁਣ ਜਿਹੜੇ ਉੱਚੀ ਜਾਤ ਵਾਲੇ ਲੋਕ ਸਨ ਜਿਹੜੇ ਕਹਿੰਦੇ ਅਸੀਂ ਉੱਤਮ ਹਾਂ, ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਗਲੇ ਸ਼ਬਦ ਦੇ ਵਿੱਚ ਉਪਦੇਸ਼ ਦਿੱਤਾ ਹੈ। ਬਾਬਾ ਬੋਲੀਐ ਪਤ ਹੋਏ ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬਹਿ ਰੋਏ। ਰਹਾਓ ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਬਾਬਾ ਕਹਿੰਦੇ ਨੇ ਬਜ਼ੁਰਗੀ ਵਾਲੇ ਨੂੰ, ਤੇ ਬਾਬਾ ਦਾ ਅਰਥ ਹੈ ਉੱਤਮ ਅਧਿਕਾਰੀ। ਬਾਬਾ ਬੋਲੀਐ ਪਤ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਉੱਤਮ ਅਧਿਕਾਰੀ ਨੂੰ ਬਾਬਾ ਸ਼ਬਦ ਦੁਆਰਾ ਸੰਬੋਧਨ ਕਰਦੇ ਹਨ। ਹੋ ਸਕਦਾ ਕੋਈ ਉੱਚ ਜਾਤੀ ਦਾ ਪੰਡਤ ਹੋਵੇ। ਬਾਬਾ ਬੋਲੀਐ ਪਤ ਹੋਏ ਵੀ ਉਹੋ ਜਿਹੇ ਸ਼ਬਦ ਸਾਨੂੰ ਬੋਲਣੇ ਚਾਹੀਦੇ ਨੇ, ਭਾਵ ਮਿੱਠਤ ਨਿਮਰਤਾ ਤੇ ਪਿਆਰ ਵਾਲੇ ਸ਼ਬਦ ਬੋਲਣੇ ਚਾਹੀਦੇ ਨੇ। ਪਤ ਹੋਏ ਜਿਸ ਕਰਕੇ ਲੋਕ ਤੇ ਪਰਲੋਕ ਵਿੱਚ ਸਾਡੀ ਇੱਜ਼ਤ ਹੋਵੇ। ਊਤਮ ਸੇਦਰ ਊਤਮ ਕਹੀਐ। ਉੱਤਮ ਉਹੀ ਹਨ ਜਿਹੜੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉੱਤਮ ਆਖੇ ਜਾਂਦੇ ਨੇ। ਪਰਮੇਸ਼ਰ ਦੀ ਦਰਗਾਹ ਵਿੱਚ ਕਿਹੜੇ ਉੱਤਮ ਆਖੇ ਜਾਂਦੇ ਨੇ? ਜਿਹੜੇ ਚੰਗੇ ਪੁੰਨ ਰੂਪ ਕਰਮ ਕਰਦੇ ਹਨ, ਪਰਉਪਕਾਰ ਦੇ ਕੰਮ ਕਰਦੇ ਹਨ, ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉੱਤਮ ਆਖਿਆ ਜਾਂਦਾ ਹੈ। ਭਾਵ ਕਰਮਾਂ ਕਰਕੇ ਕੋਈ ਉੱਚਾ ਨੀਵਾਂ ਹੋ ਸਕਦਾ ਹੈ ਪਰ ਜਾਤ ਕਰਕੇ ਨਹੀਂ। ਅਸਲੀ ਉੱਤਮ ਤਾਂ ਉਹੀ ਨੇ ਜਿਹੜੇ ਉੱਤਮ ਕੰਮ ਕਰਦੇ ਹਨ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹੀ ਉੱਤਮ ਆਖੀਦੇ ਹਨ। ਨੀਚ ਕਰਮ ਬਹਿ ਰੋਏ, ਤੇ ਜਿਹੜੇ ਨੀਵੇਂ ਕੰਮ ਕਰਨ ਵਾਲੇ ਨੇ, ਜੋ ਕੋਈ ਬ੍ਰਾਹਮਣ ਹੋ ਕੇ ਚੰਡਾਲਾਂ ਵਾਲੇ ਕੰਮ ਕਰੇਗਾ ਬਈ ਉਹਨੂੰ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਬੈਠ ਕੇ ਰੋਣਾ ਹੀ ਪਵੇਗਾ। ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਅੱਗੇ ਤੇ ਕਰਨੀ ਦੀ ਹੀ ਕੀਰਤ ਵਾਚੀ ਜਾਂਦੀ ਹੈ।
ਹਿਸਾਬ ਕਰਮਾਂ ਦਾ ਹੀ ਹੁੰਦਾ ਹੈ, ਲੇਖਾ ਕਰਨੀ ਦਾ ਹੀ ਹੁੰਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਭਾਈ ਕੋਈ ਆਪਣੀ ਉੱਚੀ ਜਾਤ ਦਾ ਹੰਕਾਰ ਨਾ ਕਰ ਲਵੇ। ਨੀਚ ਕਰਮ ਬਹਿ ਰੋਏ, ਉੱਥੇ ਨੀਵੇਂ ਕਰਮਾਂ ਵਾਲਿਆਂ ਨੂੰ ਬੈਠ ਕੇ ਰੋਣਾ ਪੈਂਦਾ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਲੋਕ ਆਪਣੇ ਆਪ ਨੂੰ ਉੱਤਮ ਸਮਝਦੇ ਨੇ ਔਰ ਉਹਨਾਂ ਦੇ ਅੰਦਰ ਕੈਸੀਆਂ ਭੈੜੀਆਂ ਰੁਚੀਆਂ ਨਿਵਾਸ ਕਰਦੀਆਂ ਨੇ, ਭੈੜੇ ਔਗਣ ਤੇ ਐਬ ਉਹਨਾਂ ਦੇ ਵਿੱਚ ਵਸਦੇ ਨੇ, ਉਹਨਾਂ ਦਾ ਬਹੁਤ ਸੋਹਣਾ ਨਿਰਣਾ ਸਤਿਗੁਰੂ ਮਹਾਰਾਜ ਸ਼ਬਦ ਵਿੱਚ ਪੇਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਪਹਿਲਾ ਹਾਹਾ ਵਿੱਚ ਉਚਾਰਨ ਕਰਨਾ, ਪਹਿਲਾ ਨਹੀਂ, ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਲੱਭ ਕੁੱਤਾ ਕੂੜ ਚੂਹੜਾ। ਇੱਥੇ ਵੀ ਹਾਹਾ ਬੋਲਣਾ ਸਹੀ ਰੂਪ ਦੇ ਵਿੱਚ, ਲੱਭ ਕੁੱਤਾ ਕੂੜ ਚੂਹੜਾ। ਹਜ਼ੂਰ ਕਹਿੰਦੇ ਨੇ, ਤੁਸੀਂ ਆਪਣੇ ਆਪ ਨੂੰ ਉੱਚਾ ਸਮਝਦੇ ਹੋ, ਉੱਚੀ ਜਾਤੀ ਦੇ ਵਿੱਚ ਹੋਣ ਕਰਕੇ ਤੁਸੀਂ ਆਪਣੇ ਆਪ ਨੂੰ ਸਰਵੋਤਮ ਮੰਨਦੇ ਹੋ, ਪਰ ਤੁਹਾਨੂੰ ਪਤਾ ਤੁਹਾਡੇ ਅੰਦਰ ਕੀ ਕੁਛ ਬੈਠਾ ਹੈ। ਲੱਭ ਕੁੱਤਾ, ਜਿਹੜਾ ਲੱਭ ਦਾ ਅਰਥ ਹੈ ਖਾਣ ਪੀਣ ਦਾ ਚਸਕਾ, ਇਹ ਤੁਹਾਡੇ ਅੰਦਰ ਕੁੱਤਾ ਭੌਂਕ ਰਿਹਾ ਹੈ। ਤੇ ਕੂੜ ਚੂਹੜਾ, ਤੇ ਜਿਹੜਾ ਝੂਠ ਹੈ ਇਹ ਇੱਕ ਚੂੜਾ ਹੈ, ਚੰਡਾਲ ਹੈ, ਇਹ ਤੁਹਾਡੇ ਅੰਦਰ ਮਲ ਮਾਰ ਕੇ ਬੈਠਾ ਹੈ। ਠੱਗ ਖਾਦਾ ਮੁਰਦਾਰ, ਤੇ ਫਿਰ ਠੱਗੀ ਮਾਰ ਕੇ ਖਾਣਾ, ਧੋਖਾ ਕਰਕੇ ਬੇਈਮਾਨੀ ਕਰਕੇ ਕਿਸੇ ਦਾ ਹੱਕ ਖਾਣਾ, ਇਹ ਉਸਦੇ ਅੰਦਰ ਮੁਰਦਾਰ, ਕੋਈ ਮੁਰਦਾ ਪਸ਼ੂ ਵੀ ਪਿਆ ਹੈ। ਕਿਉਂਕਿ ਜਿੱਥੇ ਕੋਈ ਮੁਰਦਾ ਪਸ਼ੂ ਪਿਆ ਹੋਵੇ ਉਸ ਨੂੰ ਵੀ ਬਹੁਤ ਮਾੜਾ ਤੇ ਅਪਵਿੱਤਰ ਗਿਣਿਆ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਉੱਚ ਜਾਤੀ ਦੇ ਲੋਕਾਂ ਨੂੰ ਕਹਿੰਦੇ ਨੇ, ਤੁਸੀਂ ਆਪਣੇ ਆਪ ਦੇ ਵਿੱਚ ਤਾਂ ਬਹੁਤ ਆਪਣੇ ਆਪ ਨੂੰ ਸ੍ਰੇਸ਼ਟ ਮੰਨਦੇ ਹੋ, ਪਰ ਜਿਹੜੇ ਆ ਤੁਹਾਡੇ ਅੰਦਰ ਐਬ ਨੇ, ਲੱਭ ਦਾ ਕੁੱਤਾ ਭੌਂਕ ਰਿਹਾ ਹੈ, ਝੂਠ ਚੂੜੇ ਵਾਂਗ ਤੁਹਾਡੇ ਅੰਦਰ ਆਕੜਿਆ ਬੈਠਾ ਹੈ, ਤੇ ਠੱਗੀ ਮਾਰ ਕੇ ਖਾਣਾ, ਇਹ ਮੁਰਦਾਰ ਵੀ ਉੱਥੇ ਪਿਆ ਹੋਇਆ ਹੈ, ਤੇ ਤੁਸੀਂ ਫਿਰ ਵੀ ਆਪਣੇ ਆਪ ਨੂੰ ਉੱਤਮ ਸਮਝਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਰਿਦੁਆਰ ਗਏ ਔਰ ਉੱਥੇ ਸਤਿਗੁਰੂ ਮਹਾਰਾਜ ਨੇ ਲਹਿੰਦੇ ਵੱਲ ਨੂੰ ਪਾਣੀ ਸੁੱਟ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪੰਡਤ ਲੋਕ ਇਕੱਠੇ ਹੋ ਕੇ ਪੁੱਛਣ ਲੱਗੇ, ਤੁਸੀਂ ਇਹ ਕੀ ਕਰ ਰਹੇ ਹੋ? ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਵਾਬ ਸੀ, ਪਹਿਲਾਂ ਤੁਸੀਂ ਦੱਸੋ, ਤੁਸੀਂ ਚੜ੍ਹਦੇ ਵੱਲ ਪਾਣੀ ਸੁੱਟਦੇ ਹੋ, ਤੁਸੀਂ ਕੀ ਕਰ ਰਹੇ ਹੋ? ਉਹ ਕਹਿੰਦੇ, ਅਸੀਂ ਤੇ ਪਿਤਰਾਂ ਨੂੰ ਪਾਣੀ ਦਿੰਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸੀ ਆਪਣੇ ਖੇਤਾਂ ਨੂੰ ਪਾਣੀ ਸਿੰਜ ਰਹੇ ਹਾਂ। ਲੋਕ ਹੱਸ ਕੇ ਕਹਿਣ ਲੱਗੇ, ਤੁਹਾਡੇ ਖੇਤ ਤੇ ਪਤਾ ਨਹੀਂ ਕਿਤਨੀ ਦੂਰ ਹੋਣਗੇ, ਇਹ ਗੰਗਾ ਦਾ ਪਾਣੀ ਉੱਥੇ ਕਿਵੇਂ ਜਾ ਸਕਦਾ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਵਾਬ ਸੀ, ਜਿਵੇਂ ਕਈ ਲੱਖਾਂ ਕੋਹਾਂ ਕਰੋੜਾਂ ਕੋਹਾਂ ਤੇ ਪਿਤਰ ਲੋਕ ਦੇ ਵਿੱਚ ਤੁਹਾਡਾ ਪਾਣੀ ਜਾ ਸਕਦਾ ਹੈ, ਤੇ 200-300 ਮੀਲ ਤੇ ਸਾਡਾ ਪਾਣੀ ਨਹੀਂ ਜਾ ਸਕੇਗਾ। ਉਹਨਾਂ ਨੂੰ ਲਾਜਵਾਬ ਕੀਤਾ। ਕੁਛ ਲੋਕ ਗੁਰੂ ਮਹਾਰਾਜ ਦੇ ਸ਼ਰਧਾਲੂ ਬਣੇ। ਉਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਆਖਿਆ, ਸੱਚੇ ਪਾਤਸ਼ਾਹ, ਅੱਜ ਤੁਸੀਂ ਲੰਗਰ ਸਾਡੇ ਚੌਂਕੇ ਵਿੱਚ ਬੈਠ ਕੇ ਛਕਣਾ। ਸਤਿਗੁਰੂ ਕਹਿਣ ਲੱਗੇ, ਠੀਕ ਹੈ। ਜਦੋਂ ਲੰਗਰ ਤਿਆਰ ਹੋਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਆ ਕੇ ਇਹਨਾਂ ਪੰਡਤਾਂ ਨੇ ਬੇਨਤੀ ਕੀਤੀ, ਕਹਿੰਦੇ, ਮਹਾਰਾਜ ਆਓ, ਲੰਗਰ ਤਿਆਰ ਹੈ, ਛਕੋ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਣ ਲੱਗੇ ਤੇ ਭਾਈ ਮਰਦਾਨਾ ਹੁਣ ਨਾਲ ਹੀ ਸੀ। ਪੁੱਛਣ ਲੱਗੇ, ਇਹਦੀ ਜਾਤ ਕੀ ਹੈ? ਸਤਿਗੁਰੂ ਕਹਿਣ ਲੱਗੇ, ਵੀ ਰੱਬ ਦਾ ਬੰਦਾ ਹੈ, ਤੁਸੀਂ ਜਾਤ ਤੋਂ ਕੀ ਲੈਣਾ ਹੈ? ਕਈ ਲੋਕ ਹੁਣ ਵੀ ਜਾਤਾਂ ਪੁੱਛਦੇ ਨੇ। ਉਹ ਇੰਡੀਆ ਦੇ ਵਿੱਚ ਵੀ ਇੱਕ ਡੇਰਾ, ਅਖਬਾਰਾਂ ਵਿੱਚ ਤੁਸੀਂ ਪੜ੍ਹਦੇ ਹੋ, ਉਹ ਪੁੱਛਦੇ ਨੇ ਤੇਰੀ ਕਿਹੜੀ ਜਾਤ ਹੈ। ਜੇ ਨੀਵੀਂ ਜਾਤ ਦਾ ਹੋਵੇ ਉਹਦਾ ਪ੍ਰਸ਼ਾਦ ਵੀ ਨਹੀਂ ਲੈਂਦੇ, ਉਸ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਣ ਦੀ ਆਗਿਆ ਨਹੀਂ।
ਇਹੋ ਜਿਹੇ ਵਿਤਕਰੇ ਹੁਣ ਵੀ ਕਈ ਲੋਕ ਅਗਿਆਨਤਾ ਵਸ਼ ਕਰੀ ਜਾ ਰਹੇ ਨੇ। ਇਹਨਾਂ ਜਾਤ ਪਾਤ ਦੇ ਚੱਕਰਾਂ ਵਿੱਚੋਂ ਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਕੱਢਿਆ ਸੀ, ਪਰ ਅਸੀਂ ਫਿਰ ਉਹਨਾਂ ਚੱਕਰਾਂ ਦੇ ਵਿੱਚ ਫਸੀ ਜਾ ਰਹੇ ਹਾਂ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਜਾਤ ਤੋਂ ਕੀ ਲੈਣਾ? ਕਹਿੰਦੇ ਨਹੀਂ, ਸਾਡੇ ਚੌਂਕੇ ਵਿੱਚ ਨੀਵੀਂ ਜਾਤ ਵਾਲਾ ਬੰਦਾ ਕੋਈ ਨਹੀਂ ਜਾ ਸਕਦਾ, ਉੱਚੀ ਜਾਤ ਵਾਲੇ ਹੀ ਜਾ ਸਕਦੇ ਨੇ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸ਼ਲੋਕ ਉਚਾਰਨ ਕੀਤਾ ਸੀ। ਕਹਿਣ ਲੱਗੇ, ਕਬੁੱਧ ਡੂਮਣੀ ਕੋਦਇਆ ਕਸਾਇਣ, ਪਰ ਨਿੰਦਾ ਕਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਇਹ ਜਿਹੜੇ ਪੰਡਤ ਲੋਕ ਨੇ ਇਸਤਰੀ ਜਾਤੀ ਨੂੰ, ਨੀਵੀਆਂ ਜਾਤਾਂ ਦੀਆਂ ਇਸਤਰੀਆਂ ਨੂੰ ਬਹੁਤਾ ਹੀ ਨਖਿੱਧ ਸਮਝਦੇ ਸਨ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਕਬੁੱਧ ਕੋਦਇਆ, ਕਬੁੱਧ ਡੂਮਣੀ ਜਿਹੜੀ ਖੋਟੀ ਬੁੱਧੀ ਹੈ, ਡੂਮਣੀ ਦਾ ਅਰਥ ਹੈ ਮਰਾਸਨ ਤੁਹਾਡੇ ਚੌਂਕੇ ਵਿੱਚ ਚੜੀ ਹੋਈ ਹੈ। ਕਬੁੱਧ ਡੂਮਣੀ ਕੋਦਇਆ ਕਸਾਇਣ, ਜਿਹੜੀ ਖੋਟੀ ਦਇਆ ਹੈ, ਭਾਵ ਤੁਸੀਂ ਜੀਵਾਂ ਨੂੰ ਕੋਹ ਕੇ ਮਾਰਦੇ ਹੋ। ਇਹ ਮਾਨੋ ਕਸਾਇਣ ਤੁਹਾਡੇ ਚੌਂਕੇ ਦੇ ਵਿੱਚ ਚੌਂਕੜਾ ਮਾਰੀ ਬੈਠੀ ਹੈ। ਕਬੁੱਧ ਡੂਮਣੀ ਕੋਦਇਆ ਕਸਾਇਣ, ਪਰ ਨਿੰਦਾ ਕਟ ਚੂਹੜੀ, ਜਿਹੜੀ ਪਰਾਈ ਨਿੰਦਿਆ ਹੈ ਇਹ ਤੁਹਾਡੇ ਚੌਂਕੇ ਵਿੱਚ ਚੜੀ ਬੈਠੀ ਹੈ। ਅਤੇ ਇਸੇ ਤਰ੍ਹਾਂ ਮੁੱਠੀ ਕ੍ਰੋਧ ਚੰਡਾਲ, ਜਿਹੜੀ ਕ੍ਰੋਧ ਦੀ ਲੁੱਟੀ ਹੋਈ ਬਿਰਤੀ ਹੈ, ਇਹ ਮਾਨੋ ਚੰਡਾਲਣੀ ਉੱਥੇ ਬੈਠੀ ਹੈ। ਹੁਣ ਤੁਹਾਡੀਆਂ ਇੱਥੇ ਕਾਰਾਂ ਕੱਢੀਆਂ ਕੀ ਕਰਨਗੀਆਂ? ਜਦੋਂ ਇਹ ਚਾਰੇ ਬਿਰਤੀਆਂ ਤੇ ਤੁਹਾਡੇ ਨਾਲ ਬੈਠੀਆਂ ਨੇ, ਫਿਰ ਤੁਹਾਡਾ ਚੌਂਕਾ ਕਿਵੇਂ ਪਵਿੱਤਰ ਹੋਇਆ? ਆਖਿਰ ਇਹਨਾਂ ਪੰਡਤਾਂ ਨੂੰ ਲਾਜਵਾਬ ਹੋਣਾ ਪਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਐਸੇ ਹੀ ਜਾਤ ਅਭਿਮਾਨੀ ਲੋਕਾਂ ਨੂੰ ਇਹ ਸਮਝਾ ਰਹੇ ਹਨ ਵੀ ਆਹ ਜਿਹੜੇ ਪੈੜੇ ਐਬ ਨੇ, ਪੈੜੇ ਸੁਭਾਵ ਨੇ, ਇਹਨਾਂ ਨੂੰ ਛੱਡੋ। ਲੱਭ ਦਾ ਕੁੱਤਾ ਤੁਹਾਡੇ ਅੰਦਰ ਸਭ ਕੁਝ ਝੂਠਾ ਕਰੀ ਜਾ ਰਿਹਾ ਹੈ। ਝੂਠ ਦਾ ਚੂੜਾ ਤੁਹਾਡੇ ਅੰਦਰ ਵੜ ਕੇ ਤੁਹਾਡੇ ਚੌਂਕੇ ਨੂੰ ਪਿੱਟ ਰਿਹਾ ਹੈ। ਤੇ ਖਾਧਾ ਮੁਰਦਾਰ ਠੱਗੀਆਂ ਮਾਰ ਕੇ ਜਿਹੜਾ ਤੁਸੀਂ ਖਾਂਦੇ ਹੋ, ਇਹ ਮਾਨੋ ਮੁਰਦਾਰ ਉੱਥੇ ਅੰਦਰ ਪਿਆ ਹੋਇਆ ਹੈ, ਤੇ ਤੁਸੀਂ ਆਪਣੇ ਆਪ ਨੂੰ ਉੱਚਾ ਤੇ ਉੱਤਮ ਕਿਵੇਂ ਗਿਣਦੇ ਹੋ? ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਹਜ਼ੂਰ ਕਹਿੰਦੇ ਨੇ ਪਰ ਨਿੰਦਾ, ਜਿਹੜੀ ਪਰਾਈ ਨਿੰਦਿਆ ਕਰਨੀ ਹੈ, ਸਤਿਗੁਰੂ ਦਾ ਹੁਕਮ ਹੈ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ। ਭਗਤ ਕਬੀਰ ਜੀ ਨੇ ਲਿਖਿਆ ਹੈ, ਅਣਹੋਂਦਾ ਪਾਰ ਨਿੰਦਕ ਸਿਰ ਧਰਾ, ਨਿੰਦਕ ਅਣਹੋਇਆ ਭਾਰ ਆਪਣੇ ਸਿਰ ਉੱਤੇ ਚੁੱਕਦਾ ਹੈ। ਜਿਹੜੀ ਪਰਾਈ ਨਿੰਦਿਆ ਹੈ, ਪਾਰ ਮਾਲ ਮੁਖ ਸੁਧੀ, ਇਹ ਸੁਧੀ ਦਾ ਅਰਥ ਹੈ ਨਿਰੀ। ਪਰਾਈ ਮੈਲ ਗੰਦਗੀ ਤੁਹਾਡੇ ਮੂੰਹ ਦੇ ਵਿੱਚ ਪਈ ਹੋਈ ਹੈ। ਜਿਹੜੀ ਤੁਸੀਂ ਮੁਖ ਦੁਆਰਾ ਪਰਾਈ ਨਿੰਦਿਆ ਕਰਦੇ ਹੋ, ਹੋਰ ਮਹਾਂਪੁਰਖਾਂ ਨੂੰ ਮਾੜਾ ਆਖਦੇ ਹੋ, ਇਹ ਮਾਨੋ ਤੁਹਾਡੇ ਮੂੰਹ ਦੇ ਵਿੱਚ ਨਿਰੀ ਮੈਲ ਗੰਦਗੀ ਪਈ ਹੋਈ ਹੈ, ਬਿਸ਼ਟਾ ਪਿਆ ਹੋਇਆ ਹੈ, ਤੇ ਤੁਸੀਂ ਕਹਿੰਦੇ ਅਸੀਂ ਚੰਗੇ ਹਾਂ। ਹੁਣ ਜਿੱਥੇ ਗੰਦਗੀ ਪਈ ਹੋਵੇ, ਜਿੱਥੇ ਬਿਸ਼ਟਾ ਖਿੰਡੀ ਹੋਵੇ, ਉਹ ਕਿਵੇਂ ਪਵਿੱਤਰ ਚੀਜ਼ ਹੋ ਸਕਦੀ ਹੈ? ਪਰਾਈ ਨਿੰਦਿਆ ਨਿਰੀ, ਪਰਾਈ ਮੈਲ ਤੁਹਾਡੇ ਮੁਖ ਦੇ ਵਿੱਚ ਪਈ ਹੋਈ ਹੈ। ਅਗਨ ਕ੍ਰੋਧ ਚੰਡਾਲ, ਤੇ ਜਿਹੜੀ ਕ੍ਰੋਧ ਦੀ ਅੱਗ ਹੈ, ਇਹ ਮਾਨੋ ਚੰਡਾਲ ਤੁਹਾਡੇ ਚੌਂਕੇ ਤੇ ਚੜਿਆ ਬੈਠਾ ਹੈ। ਰਸ ਕਸ ਆਪ ਸਲਾਹਣ, ਇਹ ਕਰਮ ਮੇਰੇ ਕਰਤਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਤਮ ਪੁਰਖ ਦੁਆਰਾ ਇਹਨਾਂ ਨੂੰ ਉਪਦੇਸ਼ ਦਿੰਦੇ ਨੇ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਹੇ ਮੇਰੇ ਵਾਹਿਗੁਰੂ, ਇਹੋ ਜਿਹੇ ਇਹਨਾਂ ਲੋਕਾਂ ਦੇ ਨੀਚ ਕਰਮ ਨੇ, ਤੇ ਰਸ ਕਸ ਖਾ ਕੇ ਤੇ ਫਿਰ ਆਪਣੇ ਆਪ ਨੂੰ ਸਲਾਹੁੰਦੇ ਨੇ ਵੀ ਅਸੀਂ ਬੜੇ ਚੰਗੇ ਹਾਂ, ਅਸੀਂ ਬਹੁਤ ਸ੍ਰੇਸ਼ਟ ਹਾਂ, ਅਸੀਂ ਸਭ ਤੋਂ ਉੱਤਮ ਹਾਂ। ਇਉਂ ਰਸ ਕਸ ਖਾ ਕੇ ਫਿਰ ਆਪਣੇ ਆਪ ਨੂੰ ਸਲਾਹੁੰਦੇ ਨੇ, ਇਹ ਕਰਮ ਮੇਰੇ ਕਰਤਾਰ, ਐ ਮੇਰੇ ਵਾਹਿਗੁਰੂ, ਇਹੋ ਜਿਹੇ ਇਹ ਸਾਡੇ ਭੈੜੇ ਕਰਮ ਨੇ, ਤੇ ਅਸੀਂ ਰਸ ਕਸ ਖਾ ਕੇ ਆਪਣੇ ਆਪ ਨੂੰ ਸਲਾਹੁੰਦੇ ਹਾਂ। ਇਹਦਾ ਮਤਲਬ ਇਹ ਹੈ, ਕਰਮ ਅਸੀਂ ਨੀਚਾਂ ਵਾਲੇ ਕਰਦੇ ਹਾਂ, ਤੇ ਜਾਤੀ ਕਰਕੇ ਆਪਣੇ ਆਪ ਨੂੰ ਸਲਾਹੁੰਦੇ ਹਾਂ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ,
ਨੀਚ ਕਰਮ ਬਹਿ ਰੋਏ। ਰਹਾਉ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫਿਰ ਇਹਨਾਂ ਪੰਡਤ ਲੋਕਾਂ ਨੇ ਆਖਿਆ, ਕੀ ਹੋ ਗਿਆ ਜੀ, ਅਸੀਂ ਰਸ ਕਸ ਖਾ ਰਹੇ ਹਾਂ ਪਰ ਫਿਰ ਵੀ ਅਸੀਂ ਰੱਬ ਦਾ ਨਾਮ ਤੇ ਲੈਨੇ ਹੀ ਹਨ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜਿੱਥੇ ਤੁਹਾਡਾ ਅੰਦਰ ਅਨੇਕਾਂ ਤਰ੍ਹਾਂ ਦੇ ਰਸਾਂ ਦੇ ਨਾਲ ਭਰਿਆ ਹੋਇਆ ਹੈ ਤੇ ਉੱਥੇ ਵਾਹਿਗੁਰੂ ਦਾ ਰਸ, ਨਾਮ ਦਾ ਰਸ ਕਿਵੇਂ ਉੱਥੇ ਟਿਕ ਸਕਦਾ? ਕਦੀ ਵੀ ਨਹੀਂ ਟਿਕ ਸਕਦਾ। ਕਿਹੜੇ ਕਿਹੜੇ ਰਸ ਤੁਹਾਡੇ ਅੰਦਰ ਭਰੇ ਹੋਏ ਨੇ? ਰਸ ਸੋਇਨਾ, ਸੋਨੇ ਦਾ ਰਸ। ਕਿਉਂਕਿ ਜਿਹੜੇ ਉੱਚੀ ਜਾਤੀ ਵਾਲੇ ਲੋਕ ਨੇ ਉਹ ਇਹਨਾਂ ਉੱਤਮ ਚੀਜ਼ਾਂ ਦੇ ਨਾਲ ਵੀ ਅੰਦਰੋਂ ਖਿੱਚ ਰੱਖਦੇ ਹਨ। ਰਸ ਸੋਇਨਾ, ਸੋਨੇ ਦਾ ਰਸ ਤੁਹਾਡੇ ਅੰਦਰ ਭਰਿਆ ਹੋਇਆ ਹੈ। ਰਸ ਰੂਪਾ, ਰੂਪਾ ਚਾਂਦੀ ਨੂੰ ਕਹਿੰਦੇ ਨੇ, ਤੇ ਚਾਂਦੀ ਦਾ ਰਸ ਵੀ ਤੁਹਾਡੇ ਅੰਦਰ ਭਰਿਆ ਹੋਇਆ ਹੈ। ਤੇ ਅਰਥ ਵਾਸਤੇ ਕਾਮਣ ਰਸ ਤੇ ਕਾਮਣ ਇਸਤਰੀ ਦਾ ਰਸ ਵੀ ਤੁਹਾਡੇ ਅੰਦਰ ਭਰਿਆ ਹੋਇਆ ਹੈ। ਪਰਮਲ ਕੀ ਵਾਸ ਤੇ ਚੰਦਨ ਦੀ ਵਾਸ਼ਨਾ ਦਾ ਰਸ, ਵੀ ਚੰਦਨ ਦੀ ਵਾਸ਼ਨਾ ਬੜੀ ਸੁੰਦਰ ਹੁੰਦੀ ਹੈ, ਇਹ ਵੀ ਇੱਕ ਵਿਸ਼ਾ, ਇਹ ਵੀ ਇੱਕ ਰਸ ਤੁਹਾਡੇ ਅੰਦਰ ਭਰਿਆ ਹੋਇਆ ਹੈ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਰਸ ਘੋੜੇ, ਫਿਰ ਘੋੜਿਆਂ ਦਾ ਰਸ, ਵੀ ਘੋੜਾ ਸਵਾਰੀ ਕਰਨ ਦੇ ਲਈ ਸਾਡੇ ਪਾਸ ਵਧੀਆ ਨਸਲ ਦੇ ਘੋੜੇ ਹੋਣ, ਇਹ ਵੀ ਇੱਕ ਚਸਕਾ ਹੈ, ਇਹ ਵੀ ਇੱਕ ਸ਼ੌਕ ਹੈ, ਇਹ ਵੀ ਇੱਕ ਵਿਸ਼ਾ ਹੈ। ਤੇ ਰਸ ਸੇਜਾ ਮੰਦਰ, ਤੇ ਫਿਰ ਸੇਜਾ ਦਾ ਰਸ, ਸੁੰਦਰ ਸੇਜਾ ਦਾ ਆਨੰਦ, ਤੇ ਸੋਹਣੇ ਮੰਦਰ ਜਿਹੜੇ ਮਹਿਲ ਮਾੜੀਆਂ ਨੇ ਉਹਨਾਂ ਦਾ ਰਸ ਵੀ ਤੁਹਾਡੇ ਅੰਦਰ ਭਰਿਆ ਹੋਇਆ ਹੈ। ਰਸ ਮੀਠਾ ਰਸ ਮਾਸ, ਤੇ ਫਿਰ ਮਿੱਠੇ ਪਦਾਰਥ ਖਾਣ ਦਾ ਰਸ, ਵੀ ਹੁਣ ਮਠਿਆਈਆਂ ਬਣਦੀਆਂ ਨੇ, ਕਈ ਤਰ੍ਹਾਂ ਦੇ ਪਕਵਾਨ ਹੁੰਦੇ ਨੇ, ਉਹਨਾਂ ਦਾ ਵੀ ਰਸ ਸਾਡੇ ਅੰਦਰ ਭਰਿਆ ਹੋਇਆ ਹੈ। ਤੇ ਰਸ ਮਾਸ, ਤੇ ਕਈਆਂ ਨੂੰ ਮਾਸ ਦਾ ਰਸ ਵੀ ਅੰਦਰੋਂ